ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਜੁੜ ਬੈਠੇ ਨੇ ਵੀਰ ਸੁਖਵਿੰਦਰ ਸਿੰਘ ਜੀ। ਸਾਡੀ ਜੋ ਲੜੀਵਾਰ ਵੀਰ ਜੀ ਆਪ ਜੀ ਦੇ ਨਾਲ ਰਹਿਤ ਮਰਿਆਦਾ ਦੇ ਉੱਤੇ ਜੋ ਤੁਸੀਂ ਜਾਣਨਾ ਪਾਉਂਦੇ ਹੋ, ਅੱਜ ਅਸੀਂ ਆਪ ਜੀ ਨਾਲ ਕੁਝ ਹੋਰ ਕੁਐਸਚਨ ਲੈ ਕੇ ਆਏ ਹਾਂ ਜੋ ਰਹਿਤ ਮਰਿਆਦਾ ਤੋਂ ਨੇ। ਔਰ ਅੱਜ ਦਾ ਸਾਡਾ ਵਿਸ਼ਾ ਹੈ ਅਰਦਾਸ। ਅਰਦਾਸ ਤੇ ਤੁਸੀਂ ਥੋੜਾ ਜਿਹਾ ਸੰਗਤ ਨੂੰ ਜਾਣਨਾ ਪਾਓ। ਵੀਰ ਜੀ, ਆਪ ਜੀ ਦਾ ਬਹੁਤ ਧੰਨਵਾਦ ਹੈ ਕਿ ਆਪ ਜੀ ਚੇਤੇ ਕਰਦੇ ਹੋ ਰਹਿਤ ਮਰਿਆਦਾ ਦੇ ਵਿਸ਼ੇ ਤੇ। ਸੋ ਅਸੀਂ ਕੱਲ ਤੱਕ ਜੋ ਵਿਸ਼ੇ ਸਾਂਝੇ ਕੀਤੇ ਸਨ ਉਹ ਨਿਤਨੇਮ ਦੀਆਂ ਬਾਣੀਆਂ। ਉਸ ਤੋਂ ਬਾਅਦ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਹੈ ਕਿ ਅੰਮ੍ਰਿਤ ਵੇਲੇ ਅਤੇ ਸੋਦਰ ਵੇਲੇ ਦੇ ਨਿਤਨੇਮ ਤੋਂ ਉਪਰੰਤ ਅਰਦਾਸ ਕਰਨੀ ਜ਼ਰੂਰੀ ਹੈ। ਉਹ ਅਰਦਾਸ ਕੀ ਹੈ? ਇਹ ਅਰਦਾਸ ਵੀ ਜਿਹੜਾ ਪੰਥ ਨੂੰ ਇਕਸਾਰਤਾ ਲਿਆਉਣ ਵਾਸਤੇ, ਮੈਂ ਕਹਿ ਦਵਾਂ ਕਿ ਗੁਰੂ ਪੰਥ ਨੇ ਸਾਡੇ ਉੱਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈਗਾ ਕਿ ਇੱਕੋ ਤਰ੍ਹਾਂ ਦੀ ਅਰਦਾਸ ਸਾਨੂੰ ਬਖਸ਼ਿਸ਼ ਕਰ ਦਿੱਤੀ ਹੈ। ਨਹੀਂ ਤੇ ਵੇਖੋਗੇ ਇਹ ਰਹਿਤ ਮਰਿਆਦਾ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਵੱਖ-ਵੱਖ ਅਰਦਾਸਾਂ ਸੀਗੀਆਂ। ਕੋਈ ਪਹਿਲਾ ਪੈਰਾਗ੍ਰਾਫ ਪੜ੍ਹ ਲੈਂਦਾ ਸੀ, ਕੋਈ ਦੂਜਾ, ਕਿਸੇ ਨੇ ਹੋਰ ਬਾਤ ਘਾਟ ਕਰ ਦਿੱਤੀ। ਸੋ ਪੰਥ ਨੇ ਇੱਕ ਬਹੁਤ ਵੱਡਾ ਪਰਉਪਕਾਰ ਕੀਤਾ ਹੈ ਸਾਡੇ ਉੱਤੇ ਕਿ ਸਾਰੇ ਪੰਥ ਵਿੱਚ ਇਕਸਾਰਤਾ ਰਵੇ। ਇਸ ਕਰਕੇ ਇੱਕੋ ਜਿਹੀ ਅਰਦਾਸ ਸਾਨੂੰ ਬਖਸ਼ਿਸ਼ ਕੀਤੀ ਹੈ ਜੋ ਕਿ ਸਾਰੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਤੇ ਸਿੰਘ ਸਭਾ ਗੁਰਦੁਆਰਿਆਂ ਵਿੱਚ ਲਾਗੂ ਹੈਗੀ ਹੈ। ਰਹਿਤ ਮਰਿਆਦਾ ਜੋ ਅਕਾਲ ਤਖਤ ਤੋਂ ਪੰਥ ਪ੍ਰਮਾਣਿਤ ਹੈ, ਉਹਦੇ ਵਿੱਚ ਫਿਰ ਅਰਦਾਸ ਲਿਖ ਕੇ ਦੱਸੀ ਹੈਗੀ ਹੈ, ਕਿੱਥੋਂ ਲੈ ਕੇ ਕਿੱਥੋਂ ਤੱਕ ਤੁਸੀਂ ਅਰਦਾਸ ਕਰਨੀ ਹੈ। ਉਹ ਮੈਂ ਆਪ ਜੀ ਦੇ ਸਾਹਮਣੇ ਪੜ੍ਹ ਰਿਹਾ ਵਾਂ। ਇੱਥੇ ਊੜਾ ਭਾਗ ਹੈ। ਅਰਦਾਸ ਇਹ ਹੈ, ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਈ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ, ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਖਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ।
ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਾਹੀ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਦੇ ਹਜੂਰ ਦੈਸ ਦੀ ਅਰਦਾਸ ਹੈ। ਇੱਥੇ ਥੱਲੇ ਤੁਸੀਂ ਦੇਖੋ ਫੁੱਟ ਨੋਟ ਵੀ ਲਿਖਿਆ ਹੋਇਆ ਹੈਗਾ ਕਿ ਆਮ ਸੰਗਤ ਦੀ ਜਾਣਕਾਰੀ ਵਾਸਤੇ ਇੱਥੇ ਦੱਸਿਆ ਗਿਆ ਹੈ ਕਿ ਇੱਥੇ ਉਸ ਬਾਣੀ ਦਾ ਨਾਮ ਲਵੋ ਜੋ ਪੜ੍ਹੀ ਹੈ ਜਾਂ ਜਿਸ ਕਾਰਜ ਲਈ ਇਕੱਤਰਤਾ ਜਾਂ ਸੰਗਤ ਜੁੜੀ ਹੈ, ਉਸ ਦਾ ਜ਼ਿਕਰ ਯੋਗ ਸ਼ਬਦਾਂ ਵਿੱਚ ਕਰਨਾ ਚਾਹੀਦਾ ਹੈਗਾ। ਜਿਵੇਂ ਅਸੀਂ ਸਵੇਰ ਦੇ ਅੰਮ੍ਰਿਤ ਵੇਲੇ ਦੇ ਨਿਤਨੇਮ ਵਾਸਤੇ ਕਰ ਰਹੇ ਹਾਂ, ਜਾਂ ਸ਼ਾਮ ਦੇ ਸੋਦਰ ਬਾਣੀ ਦੇ ਨਿਤਨੇਮ ਵਾਸਤੇ ਕਰ ਰਹੇ ਹੈਗੇ ਆ, ਜਾਂ ਕਿਸੇ ਹੋਰ ਕਾਰਜ ਵਾਸਤੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਈ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਤੋਂ ਉਪਰੰਤ ਅਰਦਾਸ ਵਿੱਚ ਸ਼ਾਮਲ ਹੋਣ ਵਾਲੀ ਸਾਰੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਨਾਲ ਮੱਥਾ ਟੇਕੇ ਅਤੇ ਫਿਰ ਖੜੇ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਉਪਰੰਤ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਇਆ ਜਾਏ। ਅਰਦਾਸ ਹੋਣ ਸਮੇਂ ਸੰਗਤ 'ਚ ਹਾਜ਼ਰ ਸਾਰੇ ਇਸਤਰੀ ਪੁਰਸ਼ਾਂ ਨੂੰ ਹੱਥ ਜੋੜ ਕੇ ਖਲੋਣਾ ਚਾਹੀਦਾ ਹੈ। ਇਹ ਹਿਦਾਇਤ ਹੈਗੀ ਹੈ ਐੜੇ ਪੁਆਇੰਟ ਵਿੱਚ। ਜੋ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਬੈਠਾ ਹੋਵੇ, ਉਹ ਵੀ ਉੱਠ ਕੇ ਚੌਰ ਸਾਹਿਬ ਕਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਇਹਦੀ ਭਾਗ ਹੈ ਅਰਦਾਸ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖੜੋ ਕੇ ਹੱਥ ਜੋੜ ਕੇ ਅਰਦਾਸ ਕਰੇ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਮੂੰਹ ਕਰਕੇ ਅਰਦਾਸ ਕਰੋ, ਪ੍ਰਵਾਨ ਹੈ। ਸੱਸਾ ਭਾਗ ਹੈਗਾ ਜਦੋਂ ਕੋਈ ਖਾਸ ਅਰਦਾਸ ਕਿਸੇ ਇੱਕ ਜਾਂ ਵਧੇਕ ਆਦਮੀਆਂ ਵੱਲੋਂ ਹੋਵੇ ਤਾਂ ਉਹਨਾਂ ਤੋਂ ਬਿਨਾਂ ਸੰਗਤ ਵਿੱਚ ਬੈਠੇ ਹੋਰਨਾਂ ਦਾ ਉੱਠਣਾ ਜ਼ਰੂਰੀ ਨਹੀਂ ਹੈ। ਇਹ ਪੁਆਇੰਟ ਅਰਦਾਸ ਦੇ ਸੰਬੰਧ ਵਿੱਚ ਸਾਡੀ ਰਹਿਤ ਮਰਿਆਦਾ ਵਿੱਚ ਦਰਜ ਨੇ। ਹਾਂਜੀ ਵੀਰ ਜੀ। ਵੀਰ ਜੀ, ਇਹਦੇ ਅੰਦਰ ਹੁਣੇ ਆਪ ਜੀ ਨੇ ਜ਼ਿਕਰ ਕੀਤਾ ਹੈ ਕਿ ਜਿਹੜੇ ਗੁਰਦੁਆਰੇ ਪੰਥ ਤੋਂ ਵਿਛੋੜੇ ਗਏ ਨੇ, ਕੱਲ ਅਸੀਂ ਗੱਲ ਕਰ ਰਹੇ ਸੀ ਕਿ ਜੋ ਰਹਿਤ ਮਰਿਆਦਾ ਹੈਗੀ ਹੈ ਇਹ 1945 ਦੇ ਅੰਦਰ ਪੰਥ ਤੇ ਲਾਗੂ ਹੋਈ। ਪਰ ਜੋ ਸਾਡੇ ਗੁਰਦੁਆਰੇ ਨੇ, ਜਿਵੇਂ ਨਨਕਾਣਾ ਸਾਹਿਬ ਦਾ ਗੁਰਦੁਆਰਾ ਆਉਂਦਾ ਹੈ ਜਾਂ ਹੋਰ ਗੁਰਦੁਆਰੇ ਆਉਂਦੇ ਨੇ, ਇਹ ਸਾਡਾ ਪਾਰਟੀਸ਼ਨ ਹੋਇਆ 1949 ਦੇ ਅੰਦਰ ਹਿੰਦੁਸਤਾਨ ਪਾਕਿਸਤਾਨ ਦਾ। ਤੇ ਸਾਡੀ ਜਿਹੜੀ ਅਰਦਾਸ ਸਾਡੇ ਪੰਥ ਤੇ ਲਾਗੂ ਹੋਈ ਹੈ, ਇਹ ਤੇ ਪਹਿਲੇ ਲਾਗੂ ਹੋਈ ਹੈ ਕਿ ਇਹਦੇ ਕੋਈ ਭਾਗ ਜੋੜਿਆ ਗਿਆ ਪੰਥ ਵੱਲੋਂ? ਮਤਲਬ ਇਹ ਸਮਝਾਓ ਕਿ ਕਿਸ ਤਰ੍ਹਾਂ ਹੈਗਾ। ਮੈਂ ਸਾਰੀ ਅਰਦਾਸ ਦੇ ਉੱਤੇ ਹੀ ਪੁਆਇੰਟ ਦਰ ਪੁਆਇੰਟ ਚਰਚਾ ਕਰ ਦੇਣਾ ਹੈਗਾ ਜੀ। ਦੇਖੋ, ਸਭ ਤੋਂ ਪਹਿਲਾਂ ਇਹ ਅਰਦਾਸ ਦਾ ਜ਼ਿਕਰ ਆਇਆ ਹੈਗਾ ਇੱਥੇ ਕਿ ਨਿਤਨੇਮ ਤੋਂ ਬਾਅਦ ਅਰਦਾਸ ਕਰਨੀ ਜ਼ਰੂਰੀ ਹੈ। ਠੀਕ ਹੈ। ਗੁਰਦੁਆਰਿਆਂ ਦੇ ਰੂਟੀਨ ਵਿੱਚ ਤਾਂ ਠੀਕ ਹੋ ਰਿਹਾ ਹੈਗਾ, ਪਰ ਜਦੋਂ ਅਸੀਂ ਘਰ ਕਰਦੇ ਹਾਂ, ਕੋਈ ਸਿੱਖ ਨਿਤਨੇਮ ਦੀ ਬਾਣੀ ਦਾ ਪਾਠ ਆਪਣੇ ਘਰ ਕਰਦਾ ਹੈਗਾ ਤੇ ਸ਼ਾਮੀ ਕਰਦਾ ਹੈਗਾ, ਕਈ ਵਾਰ ਅਸੀਂ ਕੀ ਕਰਦੇ ਹਾਂ ਕਿ ਅਧੂਰੀ ਅਰਦਾਸ ਕਰਦੇ ਹਾਂ। ਅਧੂਰੀ ਤੋਂ ਪਾਓ ਅੱਧੀ ਅਰਦਾਸ ਕਰ ਲੈਂਦੇ ਹਾਂ ਪਹਿਲਾ ਪੈਰਾਗ੍ਰਾਫ ਪੜ੍ਹ ਕੇ, ਜਾਂ ਕਈ ਵਾਰ ਉਸੇ ਤਰ੍ਹਾਂ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਅਸੀਂ ਬਾਣੀਆਂ ਦਾ ਪਾਠ ਕੀਤਾ ਹੈਗਾ। ਠੀਕ ਹੈ, ਸਾਡਾ ਹਰ ਇੱਕ ਸ਼ਬਦ ਜੋ ਭਾਵਨਾ ਨਾਲ ਕੀਤਾ ਹੋਇਆ ਉਹ ਅਰਦਾਸ ਹੀ ਹੁੰਦਾ ਹੈ। ਠੀਕ ਹੈ, ਰੱਬ ਅੱਗੇ ਬੇਨਤੀ ਹੈਗੀ ਹੈ। ਬਟ ਜਦੋਂ ਇਹੋ ਜਿਹੇ ਸੱਜਣ ਜਿਹੜੇ ਕਿ ਇੱਕ ਦੋ ਸ਼ਬਦਾਂ ਵਿੱਚ ਅਰਦਾਸ ਦੀ ਗੱਲ ਕਰਦੇ ਨੇ, ਇਹੋ ਜਿਹੇ ਸੱਜਣ ਜਦੋਂ ਪੰਥਕ ਤੌਰ ਤੇ ਵਿਚਰਦੇ ਨੇ ਜਾਂ ਸਮੂਹਕ ਤੌਰ ਤੇ ਉਹਨਾਂ ਨੂੰ ਅਰਦਾਸ ਕਰਨੀ ਪੈ ਜਾਏ, ਫਿਰ ਉਹ ਅਰਦਾਸ ਚੇਤੇ ਨਹੀਂ ਹੁੰਦੀ, ਕਿਉਂਕਿ ਉਹਨਾਂ ਨੇ ਕਦੇ ਪੂਰਨ ਅਰਦਾਸ ਕੀਤੀ ਨਹੀਂ ਹੁੰਦੀ ਹੈ ਜੋ ਪੰਥ ਨੇ ਬਖਸ਼ਿਸ਼ ਕੀਤੀ ਹੈ।
ਸੋ ਉਹਦੇ ਵਿੱਚ ਕੁਤਾਹੀ ਹੋ ਜਾਂਦੀ ਹੈ। ਇਸ ਕਰਕੇ ਬੜਾ ਜ਼ਰੂਰੀ ਹੈ ਕਿ ਸਵੇਰ ਦੇ ਨਿਤਨੇਮ ਤੋਂ ਬਾਅਦ ਅਤੇ ਸ਼ਾਮ ਨੂੰ ਜਿਹੜਾ ਨਿਤਨੇਮ ਬਖਸ਼ਿਸ਼ ਕੀਤਾ ਹੈਗਾ ਪੰਥ ਨੇ, ਸੰਪੂਰਨ ਰੂਪ ਵਿੱਚ ਘਰ ਵਿੱਚ ਵੀ ਬਹਿ ਕੇ ਅਸੀਂ ਅਰਦਾਸ ਕਰਨੀ ਹੈ। ਅਸੀਂ ਕਰਾਂਗੇ ਤੇ ਸਾਡੇ ਬੱਚੇ ਵੀ ਨਾਲ ਕਰਨਗੇ ਤੇ ਉਹ ਸਿੱਖ ਜਾਣਗੇ। ਠੀਕ ਹੈ। ਦੂਜੀ ਗੱਲ ਹੈਗੀ ਹੈ ਕਿ ਅਰਦਾਸ ਸ਼ਬਦ ਦੀ ਗੱਲ ਕਰ ਲਈ ਆਪਾਂ। ਦੇਖੋ ਬਹੁਤ ਸਾਰੇ ਵਿਦਵਾਨਾਂ ਨੇ ਆਪੋ ਆਪਣੇ ਮਤ ਦਿੱਤੇ ਨੇ, ਆਪਣੀ ਆਪਣੀ ਗੱਲ ਕੀਤੀ ਹੈਗੀ ਹੈ, ਆਪਣੀ ਆਪਣੀ ਸੋਚਣੀ ਹੈਗੀ ਹੈ। ਤਾਂ ਉਹ ਅਰਦਾਸ ਦੇ ਕਈ ਕਹਿੰਦੇ ਨੇ ਜੀ ਇਹ ਲਫ਼ਜ਼ ਫਾਰਸੀ ਦਾ ਹੈਗਾ, ਅਰਜ ਦਾਸਤ ਇਹਦਾ ਜਿਹੜਾ ਅਰਥ ਹੈਗਾ ਉਹ ਬੇਨਤੀ ਕਰਨਾ ਹੈਗਾ। ਕਈਆਂ ਨੇ ਸੰਸਕ੍ਰਿਤ ਸ਼ਬਦ ਦੇ ਵਿੱਚੋਂ ਲਿਆ ਹੈਗਾ, ਉਹ ਕਹਿੰਦੇ ਵੀ ਸੰਸਕ੍ਰਿਤ ਦਾ ਲਫ਼ਜ਼ ਹੈਗਾ ਅਰਧ ਆਸ, ਔਰ ਜਿਸ ਦਾ ਅਰਥ ਹੈ ਮਨੋਕਾਮਨਾ ਪੂਰਨ ਕਰਨੀ। ਸਾਡੇ ਖਿਆਲ ਅਨੁਸਾਰ ਸਿੱਖ ਦੀ ਅਰਦਾਸ ਕੇਵਲ ਸਿੱਖ ਦੀ ਅਰਦਾਸ ਹੀ ਹੈਗੀ ਹੈ। ਵੈਸੇ ਡਾਕਟਰ ਜਸਵੰਤ ਸਿੰਘ ਜੀ ਨੇਕੀ ਨੇ ਅਰਦਾਸ ਦੇ ਵਿਸ਼ੇ ਦੇ ਉੱਤੇ ਬਹੁਤ ਵੱਡੀ ਕਿਤਾਬ ਲਿਖੀ ਹੈਗੀ। ਉਹ ਸਾਰੀ ਕਿਤਾਬ ਹੀ ਅਰਦਾਸ ਉਹਦਾ ਜਿਹੜਾ ਹੈਗਾ ਵਿਸ਼ਾ ਹੈਗਾ। ਡਾਕਟਰ ਜਸਵੰਤ ਸਿੰਘ ਨੇਕੀ ਨੇ ਬੜੇ ਕਮਾਲ ਦੇ ਸ਼ਬਦ ਲਿਖੇ ਨੇ। ਉਹ ਕਹਿੰਦੇ ਵੀ ਅਰਦਾਸ ਜਿਹੜਾ ਸ਼ਬਦ ਹੈਗਾ ਇਹਦੇ ਵਿੱਚ ਐੜਾ ਲੱਗਿਆ ਹੋਇਆ, ਰਾਰਾ ਲੱਗਿਆ ਹੋਇਆ, ਦੱਦਾ ਲੱਗਿਆ ਤੇ ਸੱਸਾ ਲੱਗਿਆ ਹੈਗਾ, ਹੈ ਨਾ, ਦੱਦੇ ਨੂੰ ਕੰਨਾ ਤੇ ਸੱਸਾ। ਉਹਨਾਂ ਨੇ ਕਮਾਲ ਦੀ ਗੱਲ ਕੀਤੀ। ਉਹ ਕਹਿੰਦੇ ਵੀ ਅਰਦਾਸ ਜਿਹਦੇ ਅੱਗੇ ਅਸੀਂ ਕਰ ਰਹੇ ਹਾਂ ਨਾ, ਉਸ ਮਾਲਕ ਨੂੰ ਸਮਝੋ ਅਰਦਾਸ ਵਿੱਚੋਂ, ਇਸ ਸ਼ਬਦ ਵਿੱਚੋਂ। ਕਹਿੰਦੇ ਐੜੇ ਦਾ ਅਰਥ ਹੈਗਾ ਅੰਤਰਜਾਮੀ, ਜੋ ਸਭ ਦੇ ਅੰਦਰ ਦੀ ਜਾਣਦਾ, ਉਹਦੇ ਅੱਗੇ ਤੁਸੀਂ ਆਪਣੀ ਬੇਨਤੀ ਕਰੋਗੇ। ਤੇ ਦੂਜਾ ਰਾਰੇ ਦਾ ਅਰਥ ਹੈ ਰਖਵਾਲਾ, ਠੀਕ ਹੈ, ਜੋ ਸਭ ਦਾ ਰਖਵਾਲਾ ਹੈਗਾ। ਤੇ ਦੱਦੇ ਨੂੰ ਕੰਨਾ ਦਾ ਕਹਿੰਦੇ ਇਹਦਾ ਅਰਥ ਹੈ ਦਾਤਾ, ਜੋ ਸਭ ਨੂੰ ਦਾਤਾ ਦਿੰਦਾ ਹੈ, ਜਿਸ ਦੇ ਅੱਗੇ ਤੁਸੀਂ ਅਰਦਾਸ ਰਾਹੀਂ ਆਪਣੀ ਭਾਵਨਾ ਰੱਖਦੇ ਹੋ ਤਾਂ ਮਾਲਕ ਨਵਾਜ਼ਦਾ ਹੈਗਾ। ਸੱਸੇ ਦਾ ਅਰਥ ਹੈ ਸੁਆਮੀ, ਜੋ ਸਭ ਕੁਝ ਕਰਨ ਦੇ ਸਮਰੱਥ ਹੈਗਾ। ਸੋ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੇ ਇਹ ਅਰਥ ਮੈਨੂੰ ਬੜੇ ਪਿਆਰੇ ਲੱਗੇ। ਤੇ ਅਰਦਾਸ ਦਾ ਜਿਹੜਾ ਵਿਧਾਨ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਇਹ ਮਨ ਦੀ ਜੋ ਬਿਰਥਾ ਹੈ, ਮਨ ਦੀ ਜੋ ਤੇਰੀ ਭਾਵਨਾ ਹੈ, ਪੀੜਾ ਹੈ, ਦਰਦ ਹੈ, ਕੁਝ ਵੀ, ਉਹ ਅਰਦਾਸ ਰਾਹੀਂ ਅਸੀਂ ਮਾਲਕ ਦੇ ਚਰਨਾਂ ਵਿੱਚ ਰੱਖ ਸਕਦੇ ਹੈਗੇ ਹਾਂ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਰ ਅਗਵਾਈ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ ਕਿ ਕੋਈ ਵੀ ਕਾਰਜ ਹੋਵੇ, ਉਸ ਕਾਰਜ ਦੀ ਆਰੰਭਤਾ ਵਾਸਤੇ ਮਾਲਕ ਕੋਲ ਅਰਦਾਸ ਕਰ, ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰ, ਗੁਰੂ ਗ੍ਰੰਥ ਸਾਹਿਬ ਦੇ ਆਪਣੇ ਗੁਰੂ ਦੇ ਚਰਨਾਂ 'ਚ ਅਰਦਾਸ ਕਰ। ਕੀਤਾ ਲੋੜੀਐ ਕੰਮ ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ ਸੋ ਸਤਿਗੁਰ ਸੱਚ ਸਾਖੀ ਹੈ। ਸੋ ਮਾਲਕ ਦੇ ਚਰਨਾਂ 'ਚ ਅਰਦਾਸ ਕਰਨੀ ਹੈਗੀ ਹੈ। ਇਹ ਸਾਨੂੰ ਵਿਧਾਨ ਹੈ, ਔਰ ਗੁਰੂ ਪੰਥ ਨੇ ਵੀ ਸਾਨੂੰ ਇਹ ਬਖਸ਼ਿਸ਼ ਕੀਤੀ ਅਰਦਾਸ ਦੇ ਰੂਪ ਦੇ ਵਿੱਚ ਕਿ ਭਾਈ ਇਹ ਅਰਦਾਸ ਕਰਨੀ ਅਤ ਲਾਜ਼ਮੀ ਹੈ। ਸੋ ਗੁਰੂ ਸਵਾਰਿਓ, ਅਰਦਾਸ ਦੇ ਰਾਹੀਂ ਦੇਖੋ ਦੋ ਗੱਲਾਂ ਸਾਨੂੰ ਸਿਖਾਈਆਂ ਗਈਆਂ। ਅਰਦਾਸ ਰਾਹੀਂ ਸਿੱਖ ਗੁਰੂ ਪਰਮੇਸ਼ਰ ਅਤੇ ਪੰਥ ਨਾਲ ਇਕਸੁਰ ਹੋ ਜਾਂਦਾ ਹੈਗਾ ਅਤੇ ਧਰਮ ਦਾ ਜੈਕਾਰ ਚਾਹੁੰਦਾ ਹੈਗਾ। ਅਰਦਾਸ ਵਿੱਚ ਹੁਣੇ ਅਸੀਂ ਧਰਮ ਦਾ ਜੈਕਾਰ ਪੜਿਆ ਹੈਗਾ। ਦੂਜਾ ਸਰਬੱਤ ਦਾ ਭਲਾ ਮੰਗਦਾ ਹੈਗਾ। ਇਹ ਸਿੱਖ ਦੀ ਅਰਦਾਸ ਦੀ ਵਿਲੱਖਣਤਾ ਹੈਗੀ ਹੈ ਕਿ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਮਾਲਕ ਦੇ ਸਾਰੇ ਜੀਆਂ ਵਾਸਤੇ ਅਰਦਾਸ ਕਰਦਾ ਹੈਗਾ, ਸਰਬੱਤ ਦਾ ਭਲਾ ਮੰਗਣਾ ਇਸ ਅਰਦਾਸ ਰਾਹੀਂ। ਅਰਦਾਸ ਦੇ ਵਿੱਚ ਖਾਸ ਗੱਲਾਂ ਦਾ ਧਿਆਨ ਜਿਹੜਾ ਪੰਥ ਨੇ ਕਿਹਾ ਹੈਗਾ, ਉਹ ਧਿਆਨ ਇਹ ਰੱਖਣਾ ਹੈ ਕਿ ਇਹਦੇ ਵਿੱਚ ਜੋ ਪਹਿਲਾ ਪੈਰਾਗ੍ਰਾਫ ਹੈ, ਭਗਉਤੀ ਵਾਲਾ ਪੈਰਾਗ੍ਰਾਫ ਹੈਗਾ, ਜੋ ਕਿ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈਗਾ। ਤੇ ਇਹ 9ਵੇਂ ਪਾਤਸ਼ਾਹ ਤੱਕ ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ, ਧਾਏ ਸਭ ਥਾਈ ਹੋਏ ਸਾਹੇ। ਇਹਦੇ ਵਿੱਚ ਕੋਈ ਬਾਤ ਘਾਟ ਨਹੀਂ ਹੋ ਸਕਦੀ, ਕੋਈ ਤਬਦੀਲੀ ਨਹੀਂ ਕਰ ਸਕਦਾ ਹੈਗਾ, ਕਿਉਂਕਿ ਇਹ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਹੈ। ਦਸਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਪਹਿਲਾ ਬੰਦ ਹੈਗਾ ਅਰਦਾਸ ਦਾ, ਸੋ ਇਹਦੇ ਵਿੱਚ ਤਬਦੀਲੀ ਨਹੀਂ ਕੀਤੀ ਜਾ ਸਕਦੀ। ਦੂਜਾ ਜਿਹੜਾ ਹੈ ਪੰਥ ਨੇ ਲਿਖਿਆ ਹੈਗਾ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹਨਾਂ ਤੁਕਾਂ ਵਿੱਚ ਵੀ ਤਬਦੀਲੀ ਨਹੀਂ ਕੀਤੀ ਜਾ ਸਕਦੀ ਹੈਗੀ। ਠੀਕ ਹੈ, ਇਹ ਅਰਦਾਸ ਦਾ ਹਿੱਸਾ ਨੇ ਔਰ ਜੁੜੀਆਂ ਰਹਿਣਗੀਆਂ। ਸੋ ਇਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਥਾਂ ਥਾਂ ਤੇ ਬਹੁਤ ਸਾਰੀਆਂ ਤਬਦੀਲੀਆਂ ਆਪਣੇ ਵੱਲੋਂ ਕਰ ਲੈਂਦੇ ਨੇ, ਜਿਵੇਂ ਕਿ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਅਖੀਰ ਵਿੱਚ ਆਇਆ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਕਈ ਵਾਰ ਦਰਸ਼ਨ ਲੋਕ ਆਪਣੇ ਕੋਲੋਂ ਲਾ ਲੈਂਦੇ ਨੇ, ਠੀਕ ਹੈ। ਸੋ ਇਹਨਾਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਵੀ ਪੰਥ ਵਿੱਚ ਇੱਕ ਸਾਰਤਾ ਹੈ। ਗੱਲ ਅਸੀਂ ਮਰਿਆਦਾ ਦੀ ਕਰ ਰਹੇ ਹਾਂ, ਮਰਿਆਦਾ ਤੇ ਸਾਰਿਆਂ ਉੱਤੇ, ਡਿਸਿਪਲਿਨ ਤਾਂ ਸਾਰਿਆਂ ਉੱਤੇ ਇੱਕੋ ਜਿਹਾ ਲਾਗੂ ਹੁੰਦਾ ਹੈਗਾ, ਠੀਕ ਹੈ। ਤੋ ਇਹਦੇ ਵਿੱਚ ਬਹੁਤ ਸਾਰੇ ਬੱਚਿਆਂ ਵਾਸਤੇ ਅਸੀਂ ਜ਼ਿਆਦਾ ਕੈਂਪ ਵਗੈਰਾ ਲਾਉਂਦੇ ਹਾਂ। ਉਹ ਅਰਦਾਸ ਵਿੱਚ ਉਚਾਰਨ ਜਿਵੇਂ ਮੈਂ ਕੀਤਾ ਹੈਗਾ ਇਸ ਤਰ੍ਹਾਂ ਹੀ ਕਰਨਾ ਹੈ। ਕਈ ਵਾਰ ਬੱਚੇ ਕੀ ਕਰਦੇ ਨੇ ਕਿ ਪੰਜਾਂ ਪਿਆਰੀਆਂ ਰਾਰੇ ਨੂੰ ਸਿਹਾਰੀ ਉਹ ਬਿਹਾਰੀ ਬੋਲ ਦਿੰਦੇ ਨੇ, ਸਾਹਿਬਜ਼ਾਦੀਆਂ ਉਹ ਬਿਹਾਰੀ ਬੋਲ ਦਿੰਦੇ ਨੇ। ਇਹਨੂੰ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈਗਾ, ਠੀਕ ਹੈ। ਕਈ ਵਾਰ ਸਿਹਾਰੀਆਂ ਨੂੰ ਅਸੀਂ ਬਿਹਾਰੀਆਂ ਵਿੱਚ ਤਬਦੀਲ ਕਰਕੇ ਬੋਲਦੇ ਹੈਗੇ ਆ, ਜੋ ਕਿ ਸਾਨੂੰ ਨਹੀਂ ਬੋਲਣੀਆਂ ਚਾਹੀਦੀਆਂ। ਅੱਗੇ ਜਿਹੜਾ ਹੈ ਇਸ ਅਰਦਾਸ ਵਿੱਚ ਅਸੀਂ ਵੇਖ ਰਹੇ ਹਾਂ ਕਿ ਜਿਵੇਂ ਤੁਸੀਂ ਹੁਣੇ ਇੱਕ ਲਾਸਟ ਵਾਲੇ ਪੈਰਾਗ੍ਰਾਫ ਦੀ ਗੱਲ ਕੀਤੀ ਹੈਗੀ ਹੈ, ਇਹਦੇ ਵਿੱਚ ਪੰਜਾਂ ਤਖਤਾਂ ਦੀ ਵੀ ਗੱਲ ਆਈ ਹੈ। ਇਹ ਵੀ ਮੈਂ ਆਪ ਦੇ ਧਿਆਨ ਵਿੱਚ ਗੱਲ ਕਰ ਦਵਾਂ, ਚਰਚਾ ਛਿੜੀ ਹੈਗੀ ਹੈ। ਇਹ ਡਾਕਟਰ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ ਉਹਨੂੰ ਉਹ ਕਹਿੰਦੇ ਨੇ ਕਿ ਪੰਜ ਤਖਤਾਂ ਦਾ ਜਿਹੜਾ ਜ਼ਿਕਰ ਆਉਂਦਾ ਹੈ ਨਾ, ਕਹਿਣਗੇ ਇਹ ਵੀ ਪੰਜਵਾਂ ਤਖਤ 1963 ਵਿੱਚ ਸ਼ਾਮਲ ਕੀਤਾ ਗਿਆ ਹੈ, ਦਮਦਮਾ ਸਾਹਿਬ ਜੋ ਉਹ ਪ੍ਰਗਟ ਹੋਇਆ। ਸੋ ਪਹਿਲਾਂ 4 ਤਖਤ ਹੀ ਸੀਗੇ। ਸੋ ਇਹ 1963 ਤੋਂ ਪੰਜਾਂ ਤਖਤਾਂ ਵਾਲੀ ਜਿਹੜੀ ਅਰਦਾਸ ਵਿੱਚ ਗੱਲ ਸ਼ਾਮਲ ਹੋਈ ਹੈਗੀ ਹੈ। ਅੱਗੇ ਜਿਹੜੀ ਤੁਸੀਂ ਚਰਚਾ ਕਰ ਰਹੇ ਸੀਗੇ ਕਿ ਗੁਰਦੁਆਰਿਆਂ ਤੋਂ ਵਿਛੋੜਿਆ ਗਿਆ, ਜਿਵੇਂ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈਗਾ, ਇਹ ਕਦੋਂ ਸ਼ਾਮਲ ਹੋਇਆ ਹੈਗਾ। ਸੋ ਇਹਦੇ ਬਾਰੇ ਜਦੋਂ ਅਸੀਂ ਵੇਖਦੇ ਹਾਂ, ਗੁਰਬਖਸ਼ ਸਿੰਘ ਗੁਲਸ਼ਨ ਜੀ ਕਹਿੰਦੇ ਨੇ ਕਿ ਇੱਥੇ ਪਹੁੰਚ ਕੇ ਅਸੀਂ ਅਕਾਲ ਪੁਰਖ ਪਾਸੋਂ ਮੰਗ ਕਰਦੇ ਹਾਂ। ਇਸ ਪੈਰਾਗ੍ਰਾਫ ਹੈ ਇਹ ਅਰਦਾਸ ਦਾ, ਮੰਗ ਹੋ ਰਹੀ ਹੈ। ਕੀ ਹੈ ਉਹਨਾਂ ਦੇ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਗੁਰਧਾਮਾਂ ਦੇ ਖੁੱਲੇ ਦਰਸ਼ਨਾਂ ਤੇ ਸੇਵਾ ਸੰਭਾਲ ਲਈ ਜਿਨ੍ਹਾਂ ਤੋਂ ਦੇਸ਼ ਤੇ ਕਾਲ ਕਰਕੇ ਪੰਥ ਵਾਂਝਿਆ ਰਹਿ ਗਿਆ, ਠੀਕ ਹੈ। ਕਿ ਇਹਨਾਂ ਪੰਕਤੀਆਂ ਦਾ ਭਾਵ ਕੇਵਲ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਤੋਂ ਨਹੀਂ ਹੈ, ਸਗੋਂ ਬੰਗਲਾਦੇਸ਼, ਸ਼੍ਰੀਲੰਕਾ, ਬਰਮਾ, ਅਫਗਾਨਿਸਤਾਨ, ਈਰਾਨ ਤੇ ਇਰਾਕ ਆਦਿ ਦੇ ਗੁਰਧਾਮਾਂ ਪ੍ਰਤੀ ਵੀ ਹੈਗਾ। ਦੇਸ਼ ਦੀ ਵੰਡ ਹੋਈ, ਬੰਗਲਾਦੇਸ਼ ਦੀ ਵੀ ਵੰਡ ਹੋ ਗਈ, ਉੱਥੋਂ ਵੀ ਅਸੀਂ ਸਾਡੇ ਗੁਰਧਾਮ ਰਹਿ ਗਏ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗਏ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਗਏ ਨੇ, ਉਹ ਵੀ ਇਤਿਹਾਸਿਕ ਗੁਰਦੁਆਰੇ ਨੇ। ਸੋ ਇਹਦੇ ਵਾਸਤੇ ਸਾਨੂੰ ਲਿਖਤ ਪ੍ਰਮਾਣ ਜਿਹੜਾ ਮਿਲਦਾ ਹੈ ਉਹ ਜਦੋਂ 25 ਜਨਵਰੀ 1952 ਨੂੰ ਅਕਾਲ ਤਖਤ ਸਾਹਿਬ ਤੇ ਭਾਰੀ ਪੰਥਕ ਇਕੱਠ ਨੇ ਇਹ ਭਾਵ ਦਾ ਗੁਰਮਤਾ ਕੀਤਾ ਹੈਗਾ। ਇਹ ਅਰਦਾਸ ਵਿੱਚ ਸ਼ਾਮਲ ਕੀਤਾ ਜਾਵੇ। ਇਹ ਮੰਗ ਪਰਮਾਤਮਾ ਦੇ ਅੱਗੇ, ਵਾਹਿਗੁਰੂ ਅੱਗੇ, ਕਿ ਸਾਨੂੰ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਹੋਣ। ਸੋ ਅਸੀਂ ਜਿਹੜਾ ਹੈਗਾ ਉਹ ਕਹਿ ਸਕਦੇ ਹਾਂ ਕਿ 1952 ਤੋਂ ਬਾਅਦ ਇਹ ਪੈਰਾਗ੍ਰਾਫ 7ਵਾਂ ਜਿਹੜਾ ਇਹ ਸ਼ਾਮਲ ਕੀਤਾ ਗਿਆ ਹੈਗਾ। ਅਰਦਾਸ ਦੇ ਵਿੱਚ ਇੱਕ ਗੱਲ ਹੋਰ ਮੈਂ ਆਪ ਜੀ ਦੇ ਧਿਆਨ ਵਿੱਚ ਲਿਆਵਾਂ ਕਿ ਇੱਥੇ ਭਾਵੇਂ ਕਿ ਰਹਿਤ ਮਰਿਆਦਾ ਦੇ ਵਿੱਚ ਜ਼ਿਕਰ ਨਹੀਂ ਹੈਗਾ, ਕਿ ਰਹਿਤ ਮਰਿਆਦਾ ਵਿੱਚ ਇੰਨਾ ਹੀ ਮਿਲਦਾ ਹੈਗਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੋਂ ਬਾਅਦ ਅਦਬ ਸਾਹਿਤ ਫਤਿਹ ਬੁਲਾਈ ਜਾਏ, ਫਿਰ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਾਇਆ ਜਾਏ। ਬਹੁਤ ਸਾਰੀਆਂ ਥਾਵਾਂ ਤੇ ਅਰਦਾਸ ਤੋਂ ਬਾਅਦ ਸਿੰਘ ਸਭਾ ਗੁਰਦੁਆਰਿਆਂ ਵਿੱਚ ਔਰ ਇਤਿਹਾਸਿਕ ਗੁਰਦੁਆਰਿਆਂ ਵਿੱਚ ਵੀ ਦੋਹਰੇ ਜਿਹੜੇ ਨੇ ਉਹ ਪੜ੍ਹੇ ਜਾਂਦੇ ਨੇ। ਇਹ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ, ਜਾਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਤੋ ਸਭ ਕੋ ਮਿਲਬੋਚ ਹੈ ਖੋਜ ਸ਼ਬਦ ਮੈਂ ਲੈ, ਜਾਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਈ, ਖੁਆਰ ਹੋਏ ਸੰਭ ਲੈਂਗੇ ਬੱਚੇ ਸ਼ਰਨ ਜੋ ਹੋਏ। ਇਹ ਪੜ੍ਹੇ ਜਾਂਦੇ ਨੇ ਔਰ ਪੜ੍ਹਨ ਵਿੱਚ ਕੋਈ ਹਰਜ ਨਹੀਂ। ਇਹ ਪ੍ਰੇਰਨਾ ਸਰੋਤ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋ ਰਹੀ ਹੈ, ਆਪਣੇ ਗੁਰੂ ਨਾਲ ਜੋੜਨ ਦੀ ਗੱਲ ਹੋ ਰਹੀ ਹੈ। ਸੋ ਇਹ ਦੋਹਰੇ ਜਿਹੜੇ ਨੇ ਉਹ ਗਿਆਨੀ ਗਿਆਨ ਸਿੰਘ ਜੀ ਦੇ ਲਿਖੇ ਹੋਏ ਨੇ ਪੰਥ ਪ੍ਰਕਾਸ਼ ਦੇ ਵਿੱਚ, ਤੇ ਉਹ ਪੜ੍ਹੇ ਜਾਂਦੇ ਨੇ। ਤੇ ਜੇ ਕੋਈ ਨਹੀਂ ਵੀ ਪੜ੍ਹਦਾ ਤਾਂ ਵੀ, ਕਿਉਂਕਿ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਹੈਗਾ
ਜੈਕਾਰਾ ਗਜਾਇਆ ਜਾਏ, ਸਮਾਪਤੀ ਵੀ ਕੀਤੀ ਜਾ ਸਕਦੀ ਹੈਗੀ ਹੈ। ਸੋ ਅਰਦਾਸ ਦੇ ਵਿੱਚ ਅਸੀਂ ਦੇਖਿਆ ਕਿ ਰਹਿਤ ਮਰਿਆਦਾ ਵਿੱਚ ਵੀ ਲਿਖਿਆ ਕਿ ਇਸਤਰੀ ਪੁਰਸ਼ਾਂ ਨੂੰ ਦੋਨਾਂ ਨੂੰ ਅਦਬ ਸਹਿਤ ਖੜੇ ਹੋਣਾ ਚਾਹੀਦਾ ਹੈ। ਇਹ ਰਹਿਤ ਮਰਿਆਦਾ ਵਿੱਚ ਕੱਲ ਆਪਾਂ ਗੱਲ ਕੀਤੀ ਸੀ। ਰਹਿਤ ਮਰਿਆਦਾ ਦਾ ਸਰੋਤ ਕੀ ਹੈ? ਗੁਰਬਾਣੀ। ਤੇ ਗੁਰਬਾਣੀ ਦੀ ਪੰਕਤੀ ਤੁਸੀਂ ਵੇਖੋ, ਬੜੇ ਕਮਾਲ ਦੀ। ਪਾਤਸ਼ਾਹ ਕਹਿੰਦੇ ਨੇ, ਆਪੇ ਜਾਣੈ ਕਰੇ ਆਪ, ਆਪੇ ਆਣੈ ਰਾਸ, ਤਿਸੈ ਆਗੈ ਨਾਨਕਾ, ਖਲੇ ਕੀਚੈ ਅਰਦਾਸ। ਹੁਣ ਰਹਿਤ ਮਰਿਆਦਾ ਦੇ ਪਾਤਸ਼ਾਹ ਕਹਿੰਦੇ ਨੇ ਕਿ ਵੀ ਖੜੇ ਹੋ ਕੇ ਅਰਦਾਸ ਕਰਨੀ ਹੈ। ਵਿਧਾਨ ਮਿਲ ਗਿਆ। ਤੇ ਰਹਿਤ ਮਰਿਆਦਾ ਚ ਇਹ ਬੋਲ ਪਹਿਲਾਂ ਹੀ ਸਾਹਮਣੇ ਕਿ ਇਸਤਰੀ ਪੁਰਸ਼ ਨੂੰ ਅਦਬ ਸਹਿਤ ਖੜੇ ਹੋ ਕੇ ਜਿਹੜਾ ਹੈ ਅਰਦਾਸ ਕਰਨੀ ਚਾਹੀਦੀ ਹੈਗੀ, ਖਲੋ ਕੇ। ਫਿਰ ਗੁਰਬਾਣੀ ਵਿੱਚੋਂ ਹੀ ਸਾਨੂੰ ਜਿਹੜਾ ਮਿਲਦਾ ਹੈਗਾ, ਇਹ ਰਹਿਤ ਮਰਿਆਦਾ ਚ ਲਿਖਿਆ ਵੀ ਦੋਨੋਂ ਹੱਥ ਜੋੜ ਕੇ ਖੜੇ ਹੋਣਾ ਚਾਹੀਦਾ ਹੈਗਾ। ਠੀਕ ਹੈ ਨਾ। ਸੋ ਗੁਰੂ ਪਾਤਸ਼ਾਹ ਜੀ ਸਾਨੂੰ ਰਹਿਤ ਮਰਿਆਦਾ ਵਿੱਚ ਵੀ ਇਹ ਗੱਲ ਅੰਕਿਤ ਕਰਦੇ ਨੇ ਕਿ ਦੋਨੋਂ ਹੱਥ ਜੋੜ ਕੇ, ਜਿਵੇਂ ਪੰਥ ਖਾਲਸੇ ਨੇ ਕਿਹਾ, ਇਸੇ ਤਰ੍ਹਾਂ ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ, ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਕਰ ਦਾ ਇੱਥੇ ਅਰਥ ਹੈ ਦੋਨੋਂ ਹੱਥ। ਕਰਦੇ ਰਾਰੇ ਨੂੰ ਔਂਕੜ ਨਹੀਂ ਲੱਗਿਆ। ਜੇ ਕਰਦੇ ਰਾਰੇ ਨੂੰ ਔਂਕੜ ਲੱਗਿਆ ਹੁੰਦਾ ਫਿਰ ਇੱਕ ਹੱਥ ਹੁੰਦਾ। ਸੋ ਇੱਥੇ ਔਂਕੜ ਜਿਹੜਾ ਰਾਰਾ ਹੈ ਉਹ ਔਂਕੜ ਮੁਕਤ ਹੈ, ਦੋਨੋਂ ਹੱਥ ਜੋੜ ਕੇ। ਔਰ ਕਈ ਵਾਰ ਕੀ ਹੁੰਦਾ, ਹੁਣ ਗੁਰਬਾਣੀ ਦਾ ਵੀ ਮੈਂ ਗੱਲ ਕਰ ਦਿੱਤੀ ਹੈ ਔਰ ਰਹਿਤ ਮਰਿਆਦਾ ਵਿੱਚ ਵੀ ਇਹ ਗੱਲ ਲਿਖੀ ਹੋਈ ਹੈ, ਦੋਨੋਂ ਗੱਲਾਂ ਹੋ ਗਈਆਂ। ਪਰ ਫਿਰ ਵੀ ਸਾਡੇ ਕਿੰਨੇ ਅਣਜਾਣ ਵਿਅਕਤੀ ਨੇ, ਭੋਲੇ ਵਿਅਕਤੀ ਕਹਿ ਲਈਏ, ਕਿ ਉਹ ਲੋਕ ਅਰਦਾਸ ਦੇ ਵਿੱਚ ਦੇਖੋ ਦੋਨੋਂ ਕਰ ਜੋੜਨਾ ਇਸ ਤਰ੍ਹਾਂ ਹੁੰਦਾ ਹੈ। ਪਰ ਕੀ ਕਰਦੇ ਸਾਡੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਖੜੇ ਹੋ ਜਾਂਦੇ ਨੇ। ਕਈ ਐ ਹੱਥ ਲਾ ਲੈਣਗੇ, ਕਈ ਢਿੱਡ ਉੱਤੇ ਰੱਖ ਲੈਣਗੇ, ਕਈ ਉਂਗਲਾਂ ਹੀ ਇਸ ਤਰ੍ਹਾਂ ਕਰੀ ਜਾਣਗੇ। ਸੋ ਇਹ ਵਿਧਾਨ ਨਹੀਂ ਹੈਗਾ। ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਾਂ ਕਿ ਰਹਿਤ ਮਰਿਆਦਾ ਅਤੇ ਗੁਰਬਾਣੀ ਇਹ ਸਾਨੂੰ ਦੋਨੋਂ ਅਗਵਾਈ ਦੇ ਰਹੀਆਂ ਹੈਗੀਆਂ। ਕਦੇ ਤੁਸੀਂ ਮੁਸਲਮਾਨ ਵੀਰਾਂ ਨੂੰ ਵੇਖੋ ਕਿ ਉਹ ਜਦੋਂ ਨਮਾਜ਼ ਅਦਾ ਕਰਦੇ ਨਾ, ਇੱਕ ਵੀ ਬੰਦਾ ਉਹਨਾਂ ਦਾ ਖੱਬੇ ਸੱਜੇ ਨਹੀਂ ਹੈ, ਬਿਲਕੁਲ ਐਨ ਜਿਸ ਤਰ੍ਹਾਂ ਉਹਨਾਂ ਨੇ ਨਮਾਜ਼ ਅਦਾ ਕਰਨੀ ਹੈ ਉਸੇ ਤਰ੍ਹਾਂ ਕਰਦੇ ਨੇ। ਡਿਸਪਲਿਨ ਵਿੱਚ। ਹਾਂ, ਡਿਸਿਪਲਿਨ। ਸਾਡੇ ਜੇ 100 ਬੰਦਾ ਅਰਦਾਸ ਕਰ ਰਿਹਾ ਤੇ ਕੋਈ ਕਿਸੇ ਪਾਸੇ, ਕੋਈ ਖੱਬੀ ਲੱਤ ਦਾ ਭਾਰ ਸੱਜੀ ਤੇ ਪਾ ਦਿੰਦਾ, ਕੋਈ ਸੱਜੀ ਲੱਤ ਦਾ ਭਾਰ ਖੱਬੀ ਤੇ ਪਾ ਦਿੰਦਾ ਹੈਗਾ। ਸੋ ਅਸੀਂ ਅਨਡਿਸਿਪਲਿਨ ਹੋ ਜਾਂਦੇ ਹੈਗੇ। ਇੱਕ ਗੱਲ ਹੋਰ ਹੈ ਕਿ ਰਹਿਤ ਮਰਿਆਦਾ 'ਚ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖੜੋ ਕੇ ਅਰਦਾਸ ਕਰਨੀ ਹੈ। ਠੀਕ ਹੈ ਜੀ। ਇੱਥੇ ਇਹ ਵੀ ਲਿਖਿਆ ਹੈ ਜੇ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ, ਇਹ ਕਿਹਨਾਂ ਖਾਸ ਮੌਕਿਆਂ ਤੇ ਕਰਨੀ ਹੈ? ਕਿਹੜੇ ਮੌਕਿਆਂ ਤੇ ਮਤਲਬ ਸਾਨੂੰ ਰਹਿਤ ਮਰਿਆਦਾ ਜੋ ਕਹਿੰਦੀ ਹੈ, ਕਿਹੜੇ ਖਾਸ ਐਸੇ ਮੌਕੇ ਨੇ ਜਿੱਥੇ ਅਰਦਾਸ ਅਤ ਲਾਜ਼ਮੀ ਹੈ? ਵੈਸੇ ਤੇ ਅਰਦਾਸ ਹਰ ਵਕਤ ਸਾਡੇ ਮੂੰਹ ਤੋਂ ਨਿਕਲਦੀ ਹੈ, ਸਰਬੱਤ ਦੇਖੋ ਜਿਵੇਂ ਆਪਾਂ ਨਿਤਨੇਮ ਦੀ ਗੱਲ ਕੀਤੀ ਹੈਗੀ ਹੈ, ਸੋ ਉਦੋਂ ਤਾਂ ਅਰਦਾਸ ਜ਼ਰੂਰ ਕਰਨੀ ਹੈਗੀ ਹੈ। ਦੂਜਾ ਕਿ ਸਾਡੇ ਜਿਹੜੇ 4 ਸੰਸਕਾਰ ਨੇ, ਚੌਹਾਂ ਸੰਸਕਾਰਾਂ ਦੇ ਵਿੱਚ ਅਰਦਾਸ ਬੜੀ ਲਾਜ਼ਮੀ ਹੈਗੀ ਹੈ। ਤੇ ਅਸੀਂ ਦੇਖਦੇ ਹਾਂ ਕਿ ਅੱਗੇ ਚੱਲ ਕੇ ਅਸੀਂ ਦੇਖਾਂਗੇ ਸਿੱਖ ਦਾ ਕੋਈ ਵੀ ਕਰਮ ਹੋਵੇ, ਕੋਈ ਵੀ ਕਰਮ, ਉਸ ਕਰਮ ਕਰਨ ਤੋਂ ਪਹਿਲਾਂ ਸਿੱਖ ਅਰਦਾਸ ਕਰਨੀ ਬਹੁਤ ਜ਼ਰੂਰੀ ਹੈਗੀ ਹੈ। ਤੇ ਸਾਡੇ ਪੁਰਾਣੇ ਬਜ਼ੁਰਗ, ਹੁਣ ਦੇ ਤਾਂ ਬੱਚੇ ਜਿਹੜਾ ਉਹ ਇੰਨਾ ਨਹੀਂ ਕਰਦੇ, ਪੁਰਾਣੇ ਬਜ਼ੁਰਗ ਜਦੋਂ ਕਿਤੇ ਸਫ਼ਰ ਤੇ ਵੀ ਜਾਂਦੇ ਸੀ ਨਾ, ਤੇ ਉਹਨਾਂ ਨੇ ਸਫ਼ਰ ਤੋਂ ਘਰੋਂ ਨਿਕਲਣ ਲੱਗਿਆਂ ਮਾਲਕ ਦੇ ਚਰਨਾਂ 'ਚ ਅਰਦਾਸ ਕਰਨੀ ਹੈਗੀ, ਆਣ ਕੇ ਸ਼ੁਕਰਾਨਾ ਕਰਨਾ। ਕਿਸੇ ਯਾਤਰਾ ਇਤਿਆਦਿਕ ਦੀ ਆਰੰਭਤਾ ਕਰਨੀ ਹੈ ਤਾਂ ਵੀ ਅਰਦਾਸ ਮਾਲਕ ਦੇ ਚਰਨਾਂ 'ਚ ਕਰਨੀ ਹੈ, ਆਣ ਕੇ ਫਿਰ ਸ਼ੁਕਰਾਨਾ ਕਰਨਾ ਹੈਗਾ। ਸੋ ਸਿੱਖ ਦੇ ਜ਼ਰੂਰੀ ਜੀਵਨ ਦਾ ਅੰਗ ਅਰਦਾਸ ਹੈਗਾ ਹੈ। ਇਹ ਚੇਤੇ ਰਹੇ। ਅਸੀਂ ਚਰਚਾ ਕਰ ਰਹੇ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਪਾਸੇ ਜੇ ਹਾਜ਼ਰ ਨਾ ਹੋਣ ਤਾਂ ਕੀ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖੜ ਕੇ ਅਰਦਾਸ ਕਰਨੀ ਹੈ। ਠੀਕ ਹੈ। ਜੇ ਗੁਰੂ ਪਾਤਸ਼ਾਹ ਹਾਜ਼ਰ ਨਾ ਹੋਣ ਤਾਂ ਅਸੀਂ ਸਮਝਦੇ ਹਾਂ ਕਿ ਸਿੱਖ ਦਾ ਰੱਬ ਤੇ ਗੁਰੂ ਹਰ ਪਾਸੇ ਹਾਜ਼ਰ ਹੈ। ਅਸੀਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ, ਜਹਾਂ ਜਹਾਂ ਪੇਖੋਂ ਤਾਂ ਹੰਝੂਰ ਦੂਰ ਕਤੋਂ ਨਾ ਜਾਈ। ਠੀਕ ਹੈ। ਉਹ ਪਰਮਾਤਮਾ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਉਹ ਹਰ ਪਾਸੇ ਪਸਰਿਆ ਹੋਇਆ ਹੈਗਾ। ਤੇ ਜਿਵੇਂ ਗੁਰ ਮੇਰੇ ਸੰਗ ਸਦਾ ਹੈ ਨਾਲੇ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਫਿਰ ਤੁਸੀਂ ਹਰ ਪਾਸੇ ਕਿਸੇ ਪਾਸੇ ਵੀ ਮੂੰਹ ਕਰਕੇ ਅਰਦਾਸ ਕਰੋਗੇ ਤਾਂ ਪ੍ਰਵਾਨ ਹੈ। ਇਹ ਨਹੀਂ ਹੈ ਕਿ ਮੁਸਲਮਾਨ ਵੀਰਾਂ ਦੀ ਤਰ੍ਹਾਂ ਕੇਵਲ ਖੁਦਾ ਜਿਹੜਾ ਹੈਗਾ ਉਹ ਪੱਛਮ ਦਿਸ਼ਾ ਵਿੱਚ ਹੀ ਵਸਦਾ ਹੈਗਾ, ਅਸੀਂ ਤੇ ਪੱਛਮ ਨੂੰ ਹੀ ਅਰਦਾਸ ਕਰਨੀ ਹੈਗੀ ਹੈ। ਸੋ ਐਸਾ ਸਾਡੇ ਨਹੀਂ ਹੈਗਾ। ਅਸੀਂ ਅਕਾਲ ਪੁਰਖ ਨੂੰ ਚੌਹਾਂ ਦਿਸ਼ਾ ਵਿੱਚ ਵਸਦਾ ਹੋਇਆ ਵੇਖਦੇ ਹੈਗੇ ਆ। ਠੀਕ ਹੈ ਜੀ।
ਇਹ ਅਰਦਾਸ ਦੀਆਂ ਕੁਝ ਹਿਦਾਇਤਾਂ ਸੀਗੀਆਂ। ਇੱਕ ਅਖੀਰਲਾ ਪੁਆਇੰਟ ਹੈਗਾ ਇਹਦੇ ਵਿੱਚ ਕਿ ਅਰਦਾਸ ਕਿਸੇ ਖਾਸ ਵਿਅਕਤੀ ਵਾਸਤੇ ਹੋ ਰਹੀ ਹੋਵੇ, ਇੱਕ ਜਾਂ ਇੱਕ ਤੋਂ ਵਧੇਕ, ਤਾਂ ਫਿਰ ਸਾਰਿਆਂ ਦਾ ਖਲੋਣਾ ਜ਼ਰੂਰੀ ਨਹੀਂ ਹੈ। ਜਦੋਂ ਸੰਗਤੀ ਅਰਦਾਸ ਹੈ, ਸਾਰੀ ਸੰਗਤ ਦੀ ਹੈਗੀ ਹੈ, ਜੋ ਗੁਰਦੁਆਰੇ ਦੇ ਰੂਟੀਨ ਦੀ ਹੈ, ਉਦੋਂ ਤਾਂ ਸਾਰਿਆਂ ਨੇ ਖਲੋਣਾ ਹੀ ਹੈ। ਪਰ ਇੱਕ ਜਾਂ ਇੱਕ ਤੋਂ ਵਧੇਕ ਕਿਸੇ ਖਾਸ ਵਿਅਕਤੀਆਂ ਵਾਸਤੇ ਅਰਦਾਸ ਕੀਤੀ ਜਾ ਰਹੀ ਹੋ, ਫਿਰ ਸਾਰੀ ਸੰਗਤ ਦਾ ਨਹੀਂ। ਉਦਾਹਰਨ ਦੇ ਤੌਰ ਤੇ ਜਿਵੇਂ ਅਸੀਂ ਆਨੰਦ ਕਾਰਜ ਵਿੱਚ ਪੜਾਂਗੇ ਤੇ ਗ੍ਰੰਥੀ ਸਾਹਿਬਾਨ, ਭਾਈ ਸਾਹਿਬਾਨ ਸਾਨੂੰ ਇਹ ਕਹਿੰਦੇ ਨੇ ਉਸ ਵੇਲੇ ਕਿ ਲੜਕਾ ਤੇ ਲੜਕੀ ਤੇ ਉਹਦੇ ਮਾਪੇ ਖੜੇ ਹੋ ਜਾਣ ਆਨੰਦ ਕਾਰਜ ਦੀ ਆਰੰਭਤਾ ਦਾ ਅਰਦਾਸ, ਕਿਉਂਕਿ ਇਹ ਖਾਸ ਉਹਨਾਂ ਦਾ ਆਨੰਦ ਕਾਰਜ ਹੋ ਰਿਹਾ, ਉਹਨਾਂ ਵਾਸਤੇ ਅਰਦਾਸ ਕੀਤੀ ਜਾ ਰਹੀ ਹੈਗੀ ਹੈ। ਸੋ ਇਸ ਤਰ੍ਹਾਂ ਦੀ ਜਿਹੜੀ ਅਰਦਾਸ ਹੈਗੀ ਹੈ, ਜਾਂ ਪੁਰਾਤਨ ਸਮੇਂ ਵਿੱਚ ਗੁਰੂ ਮਹਾਰਾਜ ਜਦੋਂ ਬਿਰਾਜਮਾਨ ਹੁੰਦੇ ਸੀ, ਅਰਦਾਸੀਏ ਗੁਰੂ ਕੇ ਮਸੰਦ ਅਰਦਾਸ ਕਰਦੇ ਸੀ, ਸੰਗਤ ਆਉਂਦੀ ਸੀ ਤੇ ਉਹ ਇੱਕ ਵਿਅਕਤੀ ਕੋਈ ਆਪਣੀ ਵਿਸ਼ੇਸ਼ ਅਰਦਾਸ ਕਰਾਉਣਾ ਚਾਹੁੰਦਾ ਹੈ ਤੇ ਉਹਦੀ ਹੀ ਅਰਦਾਸ ਹੁੰਦੀ ਸੀ। ਬਾਕੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਸਰਬੱਤ ਸੰਗਤ ਦੀ ਅਰਦਾਸ ਹੁੰਦੀ ਹੈ। ਉਹਦੇ ਵਿੱਚ ਤਾਂ ਫਿਰ ਸਾਰਿਆਂ ਨੇ ਜੋ ਰਹਿਤ ਮਰਿਆਦਾ ਦਾ ਨਿਯਮ ਹੈ ਉਹਦੇ ਮੁਤਾਬਕ ਖੜੇ ਹੋਣਾ ਹੀ ਹੋਣਾ ਹੈਗਾ। ਵੀਰ ਜੀ ਗੱਲ ਆਈ ਸੀ ਪੰਥਕ ਅਰਦਾਸ ਦੀ, ਮਤਲਬ ਜਿਹੜੀ ਪੰਥਕ ਅਰਦਾਸ ਹੈ ਹੋਰ ਇੱਕ ਉਹ ਕੀ ਹੈ, ਹੋਰ ਇੱਕ ਮਤਲਬ ਆਪਣੇ ਵਾਸਤੇ ਅਰਦਾਸ ਹੈ ਉਹ ਕੀ ਹੈ, ਪੰਥਕ ਔਰ ਮਤਲਬ ਦੂਜੀ ਅਰਦਾਸ ਵਿੱਚ ਕੀ ਫਰਕ? ਹਾਂ, ਨਿੱਜੀ ਅਰਦਾਸ ਜਿਹੜੀ ਹੈ, ਨਿੱਜ ਅਰਦਾਸ, ਗੱਲ ਇਹ ਹੁੰਦੀ ਹੈ ਕਿ ਨਿੱਜੀ ਅਰਦਾਸ ਵਿੱਚ ਸ਼ਬਦ ਤੁਸੀਂ ਜਿਹੜਾ ਹੈਗੇ ਉਹ ਘਟਾ ਵਧਾ ਲੈਂਦੇ ਹੈਗੇ ਹੋ ਜੀ। ਕਿ ਜਦੋਂ ਕਿ ਤੁਸੀਂ ਪਹਿਲਾ ਪੈਰਾਗ੍ਰਾਫ ਪੜਿਆ ਤੇ ਫਿਰ ਅਰਦਾਸ ਕਰ ਦਿੱਤੀ, ਜਾਂ 2 ਪੈਰਾਗ੍ਰਾਫ ਪੜੇ, ਜਾਂ ਤੁਸੀਂ ਹੇ ਨਿਮਾਣੀਆਂ ਨਿਮਾਣੀਆਂ ਦੇ ਮਾਣ, ਨਿਤਾਣੀਆਂ ਦੇ ਤਾਣ, ਨਿਉਟੀਆਂ ਦੇ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਚਰਨਾਂ 'ਚ ਅਰਦਾਸ ਹੈਗੀ ਹੈ। ਇਸ ਤਰ੍ਹਾਂ ਅਸੀਂ ਸ਼ਾਰਟਕਟ ਰਸਤਾ ਜਿਹਨੂੰ ਅਪਣਾ ਲੈਣੇ ਹੈਗੇ ਆ। ਸੋ ਪੰਥਕ ਅਰਦਾਸ ਹੈਗੀ ਹੈ ਜੋ ਗੁਰੂ ਪੰਥ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਔਰ ਮੈਂ ਵਾਰ-ਵਾਰ ਇਸ ਗੱਲ ਤੇ ਜ਼ੋਰ ਦੇ ਰਿਹਾ ਕਿ ਗੁਰੂ ਪੰਥ ਨੇ ਇਹ ਅਰਦਾਸ ਦੇ ਜੋ 7 ਪੈਰਾਗ੍ਰਾਫ ਸਾਨੂੰ ਬਖਸ਼ਿਸ਼ ਕੀਤੇ ਨੇ, ਇਹ 7-8 ਪੈਰਾਗ੍ਰਾਫ ਇਸ ਕਰਕੇ ਬਖਸ਼ਿਸ਼ ਕੀਤੇ ਨੇ ਵੀ ਸਾਰੇ ਪੰਥ ਵਿੱਚ ਇਕਸਾਰਤਾ ਰਵੇ। ਇਹ ਨਹੀਂ ਕਿ ਨਿਰਮਲੇ ਆਪਣੀ ਅਰਦਾਸ ਕਰਨ, ਅਕਾਲੀ ਆਪਣੀ ਅਰਦਾਸ ਕਰਨ, ਜਾਂ ਨਿਹੰਗ ਸਿੰਘ ਵੀਰ ਆਪਣੀ ਅਰਦਾਸ ਕਰਨ, ਜਾਂ ਦੂਜੇ ਵੀਰ ਆਪਣੀ ਅਰਦਾਸ ਕਰਨ, ਠੀਕ ਹੈ, ਉਹ ਨਹੀਂ। ਸਾਨੂੰ ਚਾਹੀਦਾ ਹੈਗਾ ਕਿ ਜੋ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਜੋ ਅਕਾਲ ਤਖਤ ਸਾਹਿਬ ਤੋਂ ਲਾਗੂ ਹੈਗੀ ਹੈ, ਉਹ ਸਾਰਿਆਂ ਨੂੰ ਇੱਕੋ ਜਿਹੀ ਕਰਨੀ ਚਾਹੀਦੀ ਹੈ। ਸਾਰੀਆਂ ਸਿੰਘ ਸਭਾਵਾਂ, ਇਤਿਹਾਸਿਕ ਗੁਰਦੁਆਰੇ, ਕੋਈ ਵੀ ਸੰਪਰਦਾ ਹੋਵੇ, ਸਾਰਿਆਂ ਵਿੱਚ, ਤਾਂ ਕਿ ਅਸੀਂ ਇੱਕ ਮਿਸਾਲ ਪੇਸ਼ ਕਰ ਸਕੀਏ ਦੁਨੀਆ ਦੇ ਸਾਹਮਣੇ ਵੀ ਸਿੱਖ ਕੌਮ ਦਾ ਜੋ ਵਿਧਾਨ ਹੈ ਉਹ ਇੱਕੋ ਹੀ ਹੈ ਤੇ ਸਾਰੇ ਸਿੱਖ ਉਸ ਵਿਧਾਨ ਨੂੰ ਫੋਲੋ ਕਰਦੇ ਨੇ। ਉਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈਗੀ ਹੈ। ਜੀ ਹਾਂਜੀ ਵੀਰ ਜੀ, ਗੱਲ ਦੱਸੋ, ਜਿਸ ਤਰ੍ਹਾਂ ਸਾਡੇ ਨਾਲ ਛੋਟੇ ਬੱਚੇ ਬਹੁਤ ਜ਼ਿਆਦਾ ਜੁੜੇ ਹੋਏ ਨੇ, 3 ਸਾਲ ਦੇ, 5 ਸਾਲ ਦੇ, 4 ਸਾਲ ਦੇ, 6 ਸਾਲ ਦੇ, ਉਹਨਾਂ ਨੂੰ ਪੂਰੀ ਅਰਦਾਸ ਮੰਨ ਲਓ ਯਾਦ ਨਹੀਂ ਹੈ, ਤੇ ਕੀ ਉਹ ਜਿਵੇਂ ਅਸੀਂ ਬੱਚਿਆਂ ਨੂੰ ਸਿਖਾਉਂਦੇ ਹਾਂ ਜਦੋਂ ਲੰਗਰ ਛਕਣਾ ਹੋਏ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ, ਇਹ ਵਾਹਿਗੁਰੂ ਜੀ ਤੁਸੀਂ ਸਾਨੂੰ, ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਹੈ, ਤੇ ਇਸ ਤਰ੍ਹਾਂ ਅਸੀਂ ਬੱਚਿਆਂ ਨੂੰ ਛੋਟੀ ਅਰਦਾਸ ਤੋਂ ਫਿਰ ਅਸੀਂ ਧੀਰੇ ਧੀਰੇ ਵੱਡੀ ਅਰਦਾਸ ਸਿਖਾਈਏ, ਜਾਂ ਇਹਨਾਂ ਨੂੰ ਪੂਰੇ ਹੀ ਸ਼ੁਰੂ ਤੋਂ ਹੀ ਪਹਿਲੇ ਵੱਡੀ ਅਰਦਾਸ ਸਿਖਾਈਏ? ਇਸ ਚੀਜ਼ ਤੇ ਥੋੜਾ ਜਾਣਨਾ ਬੱਚਿਆਂ ਨੂੰ ਤੁਹਾਡੀ ਗੱਲ, ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਛੋਟੇ ਬੱਚਿਆਂ ਨੂੰ ਦੇਖੋ, ਸਿੱਖ ਧਰਮ ਵਿੱਚ ਸ਼ੁਕਰਾਨਾ ਬਹੁਤ ਵੱਡੀ ਗੱਲ ਹੈ, ਔਰ ਸ਼ੁਕਰਾਨਾ ਮਾਲਕ ਨੇ ਸਾਨੂੰ ਬਖਸ਼ਿਸ਼ ਕੀਤਾ ਹੈਗਾ। ਇਹ ਗੁਰੂ ਪਾਤਸ਼ਾਹ ਜੀ ਨੇ ਸਾਨੂੰ, ਜਿਵੇਂ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦਿਸ਼ਟਾਨੀ, ਜਿੰਤੂ ਸਾਜ ਸਵਾਰ ਸਿੰਗਾਰਿਆ, ਹੈ ਨਾ, ਜਿਸ ਨੇ ਸਾਜਿਆ ਸਵਾਰਿਆ ਉਹਨੂੰ ਨਾ ਭੁੱਲ, ਉਹਨੂੰ ਚੇਤੇ ਰੱਖ। ਜਾਂ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦਿਆਂ ਟੋਟ ਨਾ ਆਵੀ ਅਗੰਤ ਭਰੇ ਭੰਡਾਰ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੈ ਸੰਗ ਪਾਪ ਗਵਾਉਣਾ। ਜੋ ਦਾਤਾਂ ਉਹਦੀਆਂ ਹੰਡਾਰੇ, ਇਸ ਕਰਕੇ ਜਿੱਥੇ ਪਰਿਵਾਰ ਨੇ ਅਰਦਾਸ ਕਰਨੀ ਹੈ ਉੱਥੇ ਵੱਡੇ ਜੀ ਨੇ ਅਰਦਾਸ ਕਰਨੀ ਹੈ, ਤੇ ਸਾਨੂੰ ਕਦੇ ਕਦੇ ਬੱਚਿਆਂ ਨੂੰ ਵੀ ਚਾਂਸ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਆਦਤ ਪਵੇ ਕਿ ਮਾਲਕ ਦਾ ਸ਼ੁਕਰਾਨਾ ਕਰਨਾ, ਅਰਦਾਸ ਇਸ ਤਰ੍ਹਾਂ ਕਰਨੀ ਹੈ। ਸੋ ਜ਼ਰੂਰੀ ਨਹੀਂ ਹੈ ਕਿ ਉੱਥੇ 7 ਬੰਦਾਂ ਵਾਲੀ 8 ਬੰਦਾਂ ਵਾਲੀ ਅਰਦਾਸ ਕੀਤੀ ਜਾਏ, ਤੁਸੀਂ ਛੋਟੀ ਅਰਦਾਸ ਵੀ ਕਰ ਸਕਦੇ ਹੈਗੇ ਹੋ। ਛੋਟੀ ਤੋਂ ਛੋਟੀ ਅਰਦਾਸ ਤੁਸੀਂ ਉਹਨਾਂ ਬੱਚਿਆਂ ਨੂੰ ਜਿਹੜਾ ਹੈ ਉਹ ਸਿਖਾ ਸਕਦੇ ਹੈਗੇ ਹੋ। ਛੋਟੇ ਰੂਪ ਵਿੱਚ ਅਰਦਾਸ ਕਰਨਗੇ, ਫਿਰ ਹੌਲੀ ਹੌਲੀ ਇੱਕ ਪੈਰਾਗ੍ਰਾਫ, ਦੂਜਾ ਪੈਰਾਗ੍ਰਾਫ, ਤੀਜਾ, ਚੌਥਾ, ਪੰਜਵਾਂ, ਇਸ ਤਰ੍ਹਾਂ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਹੈ ਕਿ ਪੜਾ ਦਰ ਪੜਾ 1 ਦਿਨ ਵਿੱਚ, 2 ਦਿਨ ਵਿੱਚ, 3 ਦਿਨ ਵਿੱਚ ਉਹਨਾਂ ਨੂੰ ਸੰਪੂਰਨ ਅਰਦਾਸ ਅਸੀਂ ਸਿਖਾ ਦਈਏ। ਜੇ ਬੱਚੇ ਘਰ ਅਰਦਾਸ ਸੁਣਦੇ ਨੇ ਤੇ ਉਹਨਾਂ ਨੂੰ 10 ਗੁਰੂ ਸਾਹਿਬਾਨ ਦੇ ਨਾਮ ਵੀ ਯਾਦ ਹੋ ਜਾਂਦੇ ਨੇ। ਇਹ ਬੱਚੇ ਆਪ ਕਹਿੰਦੇ ਨੇ
ਕਿ ਅਸੀਂ ਉਸ ਤਰ੍ਹਾਂ ਹਾਂਜੀ ਯਾਦ ਨਹੀਂ ਕੀਤੇ, ਪਰ ਜਦੋਂ ਅਸੀਂ ਅਰਦਾਸ ਕਰਦੇ ਅੰਦਰ ਸਾਡੇ ਕਰਨਾ ਹੀ ਪੈਂਦੀ ਹੈ, ਤੇ ਉਹਦੇ ਨਾਲ ਹੀ ਸਾਨੂੰ ਯਾਦ ਹੋ ਗਏ। ਬਿਲਕੁਲ ਬਿਲਕੁਲ, ਕਿਉਂਕਿ ਅਰਦਾਸ ਵਿੱਚ ਦਸਾਂ ਪਾਤਸ਼ਾਹੀਆਂ ਦੇ ਨਾਂ ਆਉਂਦੇ ਨੇ, ਤੇ ਜੀ ਜਦੋਂ ਅਰਦਾਸ ਰੋਜ਼ਾਨਾ ਕਰਾਂਗੇ ਤਾਂ 10 ਪਾਤਸ਼ਾਹੀਆਂ ਦੇ ਨਾਂ ਚੇਤੇ ਹੋ ਜਾਣਗੇ ਬੱਚਿਆਂ ਨੂੰ। ਜੀ ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਅਰਦਾਸ ਤੇ ਇੰਨਾ ਸੋਹਣਾ ਚਾਨਣਾ ਪਾਇਆ। ਮੈਨੂੰ ਆਸ ਹੈ ਸਾਰੀ ਸੰਗਤ ਨੂੰ ਬਹੁਤ ਚੰਗਾ ਚਾਨਣਾ ਮਿਲਿਆ ਹੋਵੇਗਾ, ਅਤੇ ਆਸ ਕਰਦੇ ਹਾਂ ਸੰਗਤ ਜੀ, ਅਗਰ ਆਪ ਜੀ ਨੂੰ ਇਹ ਵੀਡੀਓ ਪਸੰਦ ਆਈ ਹੋਏ ਤੇ ਇਸ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਵੀਰ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਅਸੀਂ ਟਾਈਮ ਲੈਂਦੇ ਰਹਿੰਦੇ ਹਾਂ। ਕੱਲ ਇੱਕ ਨਵੀਂ ਇੱਕ ਹੋਰ ਕੁਐਸਚਨ ਦੇ ਨਾਲ ਆਪ ਜੀ ਦੇ ਸਾਹਮਣੇ ਫਿਰ ਸਨਮੁਖ ਹੋਵਾਂਗੇ, ਆਪ ਜੀ ਦੀ ਸੇਵਾ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।